ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਭਾਰਤ ਦੇ 5 ਸੂਬਿਆਂ ਦੇ ਵਿੱਚ ਜਿਹੜੀਆਂ ਪਿਛਲੇ ਦਿਨੀ ਚੋਣਾਂ ਹੋਈਆਂ ਸੀ, ਅੱਜ ਉਹਨਾਂ ਦੀ ਗਿਣਤੀ ਹੋ ਰਹੀ ਹੈ। ਲਗਭਗ ਸ਼ਾਮ ਦਾ ਸਮਾਂ ਤੇ ਲਗਭਗ ਗਿਣਤੀ ਵੀ ਜਿਹੜੀ ਉਹ ਪੂਰੀ ਹੋਣ ਵਾਲੀ ਹੋਈ ਹੈ। ਸਵੇਰ ਤੋਂ ਜਿਹੜੇ ਰੁਝਾਨ ਬਣੇ ਹੋਏ ਸੀ, ਹੁਣ ਉਹ ਨਤੀਜਿਆਂ ਦੇ ਵਿੱਚ ਬਦਲਣੇ ਸ਼ੁਰੂ ਹੋ ਗਏ ਨੇ। ਇੱਕ ਇੱਕ ਕਰਕੇ ਇੱਕ ਇੱਕ ਸੂਬੇ ਦੇ ਜਿਹੜੇ ਤੁਹਾਨੂੰ ਹਾਲਾਤ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਕਿੱਥੇ ਕਿਹੜੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਪਰ ਇੱਕ ਗੱਲ ਤੁਹਾਨੂੰ ਸਪਸ਼ਟ ਕਰ ਦਈਏ ਕਿ ਬੰਗਾਲ ਜਿਹੜਾ ਖੇਤਰ ਹੈ, ਬੰਗਾਲ ਦੇ ਸੂਬੇ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ, ਉਹਨਾਂ ਚੋਣਾਂ ਦੇ ਉੱਪਰ, ਉਹਨਾਂ ਦੇ ਰਿਜ਼ਲਟ ਦੇ ਉੱਪਰ ਜਿਹੜਾ ਹੈਗਾ ਪੂਰੇ ਭਾਰਤ ਦੇ ਲੋਕਾਂ ਦੀ, ਜਾਂ ਆਪਾਂ ਕਹਿ ਦਈਏ ਕਿ ਪੂਰੇ ਭਾਰਤ ਦੇ ਰਾਜਨੀਤਿਕ ਲੋਕਾਂ ਦੀ ਵੀ ਜਿਹੜੀ ਨਿਗਾਹ ਟਿਕੀ ਹੋਈ ਸੀ। ਉੱਥੇ ਹੁਣ ਮਮਤਾ ਬੈਨਰਜੀ ਮੋਦੀ ਦੇ ਉੱਪਰ ਜਿਹੜੇ ਭਾਰੇ ਪੈਂਦੇ ਹੋਏ ਦਿਖਾਈ ਦੇ ਰਹੇ ਨੇ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਉੱਥੇ ਸਪਸ਼ਟ ਬਹੁਮਤ ਜਿਹੜੀ ਹੈ ਮਮਤਾ ਬੈਨਰਜੀ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਚੋਣਾਂ ਦਾ ਅਸਰ ਕਿਸ ਤਰੀਕੇ ਨਾਲ ਪੰਜਾਬ ਦੀ ਸਿਆਸਤ ਤੇ ਪਵੇਗਾ। ਕਿ ਜਿਹੜੀਆਂ ਬੰਗਾਲ ਦੇ ਚੋਣ ਨਤੀਜੇ ਨੇ, ਉਹ ਜਿਹੜੇ ਕਿਸਾਨ ਉੱਥੇ ਆਪਣਾ ਪ੍ਰਦਰਸ਼ਨ ਕਰਨ ਗਏ ਸੀ, ਮੋਦੀ ਸਰਕਾਰ ਦੇ ਵਿਰੋਧ ਦੇ ਵਿੱਚ ਗਏ ਸੀ, ਉੱਥੇ ਆਪਣਾ ਪ੍ਰਦਰਸ਼ਨ ਕਰਕੇ ਆਏ ਨੇ, ਕਿ ਉਹਨਾਂ ਦਾ ਅਸਰ ਬੰਗਾਲ ਦੀਆਂ ਚੋਣਾਂ ਦੇ ਵਿੱਚ ਦਿਖਿਆ? ਜੇ ਦਿਖਿਆ ਤਾਂ ਫਿਰ ਪੰਜਾਬ ਸਰਕਾਰ ਤੋਂ ਵੀ ਕਿਸਾਨ ਬਹੁਤੇ ਖੁਸ਼ ਨਹੀਂ। ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਹੋਣੀਆਂ ਨੇ, ਅੱਜ ਤੋਂ ਲਗਭਗ 10 ਮਹੀਨਿਆਂ ਦਾ ਸਮਾਂ ਰਹਿ ਗਿਆ, ਕਿ ਪੰਜਾਬ ਦੀਆਂ ਚੋਣਾਂ ਦੇ ਉੱਪਰ ਵੀ ਕਿਸਾਨਾਂ ਦਾ ਜਾਂ ਕਿਸਾਨ ਅੰਦੋਲਨ ਦਾ ਜਿਹੜਾ ਅਸਰ ਪਵੇਗਾ। ਕਿਸ ਤਰੀਕੇ ਦੇ ਨਾਲ ਭਾਰਤ ਦੇ ਇਹਨਾਂ ਸੂਬਿਆਂ ਦੇ ਚੋਣਾਂ ਦੇ ਨਤੀਜਿਆਂ ਦਾ ਅਸਰ ਪੰਜਾਬ ਉੱਤੇ ਪੈਂਦਾ ਰਹੇਗਾ, ਤੇ ਗੱਲਬਾਤ ਕਰਾਂਗੇ। ਇਸ ਪੂਰੇ ਵਿਸ਼ੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਆਉਣ ਵਾਲੀਆਂ ਪਰਿਸਥਿਤੀਆਂ ਪੰਜਾਬ ਦੀ ਸਿਆਸਤ ਨੂੰ, ਪੰਜਾਬ ਦੀ ਸਿਆਸਤ ਦੇ ਸਮੀਕਰਨ ਨੂੰ ਕਿਸ ਤਰੀਕੇ ਦੇ ਨਾਲ ਚੇਂਜ ਕਰਦੀ ਹੈ। ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮਨਜੀਤ ਜੀ, ਸਵਾਗਤ ਹੈ ਪ੍ਰੋਗਰਾਮ। ਕਿਵੇਂ ਦੇਖਦੇ ਹੋ, ਇੱਕ ਵਾਰੀ ਆਪਾਂ ਆਪਣੇ ਦਰਸ਼ਕਾਂ ਨੂੰ ਨਤੀਜਿਆਂ ਬਾਰੇ ਜੇਕਰ ਆਪਾਂ ਦੱਸ ਦਈਏ ਕਿ ਕਿੱਥੇ ਕਿੱਥੇ ਕਿਹਦੀ ਸਰਕਾਰ ਜਿਹੜੀ ਬਣਦੀ ਹੋਈ ਨਜ਼ਰ ਆ ਰਹੀ ਹੈ। ਵੈਸੇ ਤਾਂ ਰੁਝਾਨ ਚੱਲ ਰਹੇ ਨੇ, ਪਰ ਰੁਝਾਨ ਜਿਹੜੇ ਹੁਣ ਚੱਲ ਰਹੇ ਨੇ, ਜਿਸ ਤਰੀਕੇ ਨਾਲ ਵੱਡੀ ਬਹੁਮਤ ਦੇ ਨਾਲ ਬੰਗਾਲ ਦੇ ਵਿੱਚ ਅੱਗੇ ਚੱਲ ਰਹੀ ਹੈ ਮਮਤਾ ਬੈਨਰਜੀ, ਰੁਝਾਨ ਜਿਹੜੇ ਨੇ ਉਹ ਹੁਣ ਤਬਦੀਲ ਹੋਣੇ ਬਹੁਤ ਔਖੇ ਹੋ ਗਏ ਨੇ, ਕਿਉਂਕਿ ਵਕਫਾ ਜਾਂ ਆਪਾਂ ਕਹਿ ਦਈਏ ਕਿ ਫਰਕ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਹੈ। ਇਸ ਵੇਲੇ ਜੋ ਪੱਛਮੀ ਬੰਗਾਲ ਦੇ ਰੁਝਾਨ ਜਿਹੜੇ ਸਾਡੇ ਕੋਲ ਸਾਹਮਣੇ ਆ ਰਹੇ ਨੇ, ਉੱਥੇ ਟੋਟਲ ਵਿਧਾਨ ਸਭਾ ਦੀਆਂ ਜਿਹੜੀਆਂ ਸੀਟਾਂ ਸੀ 292 ਸੀਟਾਂ ਸਨ। ਔਰ ਇਸ ਵੇਲੇ ਦੀ ਜਿਹੜੀ ਮੌਜੂਦਾ ਕੰਡੀਸ਼ਨ ਹੈ, ਉਹਦੇ ਵਿੱਚ ਪ੍ਰਾਪਤ ਰੁਝਾਨਾਂ ਦੇ ਅਨੁਸਾਰ 204 ਜਿਹੜੀਆਂ ਨੇ ਉਹ ਅਸੀਂ TMC ਨੂੰ ਜਾਂਦੇ ਰੁਝਾਨ ਜਿਹੜੇ ਦਿਖਾਈ ਦੇ ਰਹੇ ਨੇ। 82 ਜਿਹੜੇ ਨੇ 82 ਦੇ ਕਰੀਬ ਜਿਹੜੇ ਨੇ ਉਹ ਸਾਨੂੰ BJP ਨੂੰ ਜਾਂਦੇ ਦਿਖਾਈ ਦੇ ਰਹੇ ਨੇ। ਕਾਂਗਰਸ ਨੂੰ ਔਰ ਜਿਹੜੇ ਅਦਰ ਲੈਫਟਸ ਨੇ ਉਹਨਾਂ ਨੂੰ ਇੱਕ ਇੱਕ ਦੇ ਰਿਹਾ। ਪਰ ਇਹ ਜਿਹੜੀਆਂ ਸਥਿਤੀਆਂ ਨੇ ਪਲ ਤੋਂ ਪਲ ਮਿੰਟਾਂ ਸਕਿੰਟਾਂ ਦੇ ਵਿੱਚ ਤਾਂ ਹੋ ਰਹੀਆਂ ਨੇ। ਪਰ ਅਸੀਂ ਕਹਿ ਸਕਦੇ ਹਾਂ ਕਿ ਪੱਛਮੀ ਬੰਗਾਲ ਦੇ ਵਿੱਚ ਜਿਹੜੀ TMC ਆ ਉਹ 147 ਦੇ ਜਿਹੜੇ ਜਾਦੂਈ ਅੰਕੜੇ ਨੂੰ ਪਾਰ ਕਰਕੇ ਇਸ ਵੇਲੇ 200 ਤੋਂ ਵੀ ਉੱਪਰ ਆਪਣਾ ਉਹ ਅੱਗੇ ਜਾ ਚੁੱਕੀ ਆ। ਔਰ BJP ਘੱਟ ਤੋਂ ਘੱਟ ਉਹਦੇ ਨਾਲ ਮਤਲਬ 100 ਸੀਟਾਂ ਦੇ ਮੁਕਾਬਲੇ ਪਿੱਛੇ ਚੱਲ ਰਹੀ ਹੈ। ਤਾਂ ਇਸ ਵੇਲੇ ਜਿਹੜੇ ਰੁਝਾਨ ਜਿਹੜੇ ਸਾਨੂੰ ਸਾਹਮਣੇ, ਮੈਂ ਇਹ ਗੱਲ ਕਲੀਅਰ ਕਰ ਦੇਵਾਂ ਕਿ ਇਹ ਨਤੀਜੇ ਨਹੀਂ ਨੇ, ਇਹ ਰੁਝਾਨ ਨਹੀਂ। ਔਰ ਇਹਨਾਂ ਰੁਝਾਨਾਂ ਦੇ ਸੀਟਾਂ ਤੇ ਕਹਿੰਦੇ ਕਿ ਜਿੱਤ ਚੁੱਕੀ ਹੈ, ਉੱਥੇ 38 ਸੀਟਾਂ ਦੇ ਜਿਹੜੇ ਰਿਜ਼ਲਟ ਕਹਿੰਦੇ ਆ ਚੁੱਕੇ ਆ। ਉੱਥੇ 38 ਸੀਟਾਂ ਤੇ ਮਮਤਾ ਬੈਨਰਜੀ ਸੀਟਾਂ ਜਿੱਤ ਚੁੱਕੇ ਨੇ ਤੇ 8 ਸੀਟਾਂ ਦੇ ਉੱਪਰ BJP। ਜਦੋਂ ਨਵੀਂ ਜਿਹੜੀ ਜਾਣਕਾਰੀ ਇਸ ਆਧਾਰ ਤੇ ਵੀ ਫਿਰ ਵੀ ਅਸੀਂ ਉਹਨਾਂ ਚਿਰ ਤੱਕ ਆਪਾਂ ਕਲੀਅਰ ਨਹੀਂ ਕੱਟ ਕਹਿ ਸਕਦੇ ਕਿ ਜਿੰਨਾ ਚਿਰ ਤੱਕ 100 ਸੀਟਾਂ ਦਾ ਰਿਜ਼ਲਟ ਆਪਾਂ ਕਹਿ ਲਈਏ ਕਿ TMC ਦੇ ਹੱਕ ਦੇ ਵਿੱਚ ਨਹੀਂ ਜਾਂਦਾ, ਉਦੋਂ ਅਸੀਂ ਕਹਿ ਸਕਦੇ ਹਾਂ ਕਿ ਪੂਰਨ ਤੌਰ ਤੇ ਸਰਕਾਰ ਜਿਹੜੀ ਬਹੁਮਤ ਬਣਦੀ। ਕਿਉਂਕਿ EVM ਦਾ ਯੁੱਗ ਹੈਗਾ, EVM ਦੇ ਯੁੱਗ 'ਚ ਪਤਾ ਨਹੀਂ ਲੱਗਦਾ ਕਿ ਕਿਹੜੇ ਸਮੇਂ ਕੀ ਹੋ ਜਾਵੇ। ਪਰ ਐਨੀ ਹੋ ਜੋ ਵੀ ਆ ਇਸ ਵਕਤ ਸਪਸ਼ਟ ਬਹੁਮਤ ਜਿਹੜੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਮਮਤਾ ਸਰਕਾਰ। ਨਹੀਂ, ਰੁਝਾਨਾਂ ਦੇ ਆਧਾਰ ਤੇ ਕੋਈ ਸ਼ੱਕ ਨਹੀਂ ਆ ਕਿ ਉਹ ਜਿਹੜਾ ਸਾਨੂੰ ਬਹੁਮਤ TMC ਪੂਰਨ ਤੌਰ ਤੇ 147 ਤੇ ਜਾਦੂਈ ਅੰਕੜੇ ਤੋਂ ਵੀ ਪਾਰ ਕਰਕੇ ਉਹ ਬਹੁਮਤ, ਪੂਰਨ ਬਹੁਮਤ ਜਿਹੜਾ ਉਹ ਲੈ ਚੁੱਕੀ ਆ ਰੋਜ਼ਾਨਾ ਦੇ ਆਧਾਰ ਤੇ। ਬਾਕੀ ਹੋਰ ਅੱਧੇ ਘੰਟੇ ਜਾਂ ਪੌਣੇ ਘੰਟੇ ਤੱਕ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 38 ਜਿਹੜੇ ਨੇ ਉਹ ਨਤੀਜੇ ਜਿਹੜੇ ਨੇ TMC ਦੇ ਹੱਕ 'ਚ ਆ ਚੁੱਕੇ ਨੇ ਔਰ 8 ਜਿਹੜੇ ਨੇ BJP ਦੇ ਹੱਕ 'ਚ ਆ ਚੁੱਕੇ ਨੇ। ਕਲੀਅਰ ਹੈ ਕਿ ਸਰਕਾਰ ਜਿਹੜੀ ਉਹ TMC ਦੀ ਹੀ ਬਣਦੀ, ਮਮਤਾ ਬੈਨਰਜੀ ਦੀ ਦਿਖਾਈ ਦੇ ਰਹੀ ਆ। ਔਰ ਭਾਰਤ ਦੇ ਜਿਹੜੇ ਵੱਖ-ਵੱਖ ਵੱਡੇ ਲੀਡਰ ਨੇ, ਜਿਨ੍ਹਾਂ ਦੇ ਵਿੱਚ ਸ਼ਰਦ ਪਵਾਰ ਹੈ, ਉਮਰ ਅਬਦੁੱਲਾ ਹੈ, ਔਰ ਦਿੱਲੀ ਦੇ ਪ੍ਰਧਾਨ ਜਿਹੜਾ ਅਰਵਿੰਦ ਕੇਜਰੀਵਾਲ ਆ, ਉਹਨਾਂ ਵੱਲੋਂ ਵੀ ਮਮਤਾ ਬੈਨਰਜੀ ਨੂੰ ਸਰਕਾਰ ਬਣਾਉਣ ਤੇ ਜਿਹੜੀ ਵਧਾਈ ਸੰਦੇਸ਼ ਭੇਜਣੇ ਜਿਹੜੇ ਉਹ ਸ਼ੁਰੂ ਹੋ ਗਏ ਨੇ। ਔਰ ਨਾਲ ਹੀ ਜਿਹੜੇ BJP ਖੇਮੇ ਦੇ ਵਿੱਚ ਜਿਹੜੀ ਇੱਕ ਉਦਾਸੀ ਜੀ ਆ ਉਹ ਵੀ ਨਜ਼ਰ ਆ ਰਹੀ ਹੈ। ਮੈਂ ਕੁਝ ਚੈਨਲਾਂ ਤੇ, ਨਿੱਜੀ ਚੈਨਲਾਂ ਤੇ BJP ਦੇ ਉਸ ਹੌਸਲੇ ਨੂੰ ਵੇਖਣ ਦੀ ਕੋਸ਼ਿਸ਼ ਕਰ ਰਿਹਾ। ਉਹ ਇਸ
ਦੌੜ ਦੇ ਵਿੱਚ ਬਹੁਤ ਪਿੱਛੇ ਰਹਿ ਗਈ ਹੈ। ਪਰ ਫਿਰ ਵੀ ਉਹਨਾਂ ਦਾ ਇੱਕ ਰਾਸ਼ਟਰੀ ਪੱਧਰ ਦਾ ਜਿਹੜਾ ਸਪੋਕਸਮੈਨ ਸੀ ਉਹ ਕਹਿ ਰਿਹਾ ਸੀ ਕਿ ਅਸੀਂ 3 ਤੋਂ 81 ਤੱਕ ਪਹੁੰਚੇ ਹਾਂ, ਸਾਡੀ ਇਹ ਅਪਰੋਚ ਹੈਗੀ, ਅਸੀਂ ਫਿਰ ਵੀ ਆਪਣਾ ਜਿਹੜਾ ਮਾਰਜਨ ਹੈ ਜਾਂ ਜਿਹੜਾ ਚੋਣ ਪ੍ਰਤੀਸ਼ਤ ਆ ਉਹਦੇ ਵਿੱਚ ਵੋਟ ਪ੍ਰਤੀਸ਼ਤ ਦੇ ਵਿੱਚ ਅਸੀਂ ਵਾਧਾ ਕੀਤਾ ਹੈ। ਚਲੋ ਇਹ ਜੇ ਚੋਣ ਸੁਪਨੇ ਉਹਨਾਂ ਦੇ ਹੋ ਸਕਦੇ ਆ, ਸੁਪਨੇ ਦੀ ਪੂਰਤੀ ਜਿਹੜੀ ਆ ਕਰਨੀ ਹੋ ਸਕਦੀ ਹੈ। ਜਿਹੜੀ ਗੱਲ ਇਹਦੇ ਵਿੱਚ ਖਾਸ ਤੌਰ ਤੇ ਆਪਾਂ ਕਰਨੀ ਬਣਦੀ ਹੈ ਉਹ ਇਹ ਬਣਦੀ ਹੈ ਕਿ ਵੇਖੋ ਇਹ ਜਿਹੜੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਸੀ ਇਹਦੇ ਵਿੱਚ ਤਾਮਿਲਨਾਡੂ ਵੀ ਚੋਣਾਂ ਹੋਈਆਂ, ਕੇਰਲਾ ਦੇ ਵਿੱਚ ਵੀ ਵੋਟਾਂ ਦੀ ਗਿਣਤੀ ਸ਼ੁਰੂ ਆ, ਪਾਂਡੀਚੇਰੀ ਦੇ ਵਿੱਚ ਵੀ, ਆਸਾਮ 'ਚ ਵੀ ਹੈ। ਪਰ ਲੋਕਾਂ ਦੀ ਜਿਹੜੀ ਨਜ਼ਰ ਸੀ, ਜਿਹੜੇ ਹਿੰਦੁਸਤਾਨ ਦੇ ਵੋਟਰ ਸੀ, ਉਹਨਾਂ ਦੀ ਨਜ਼ਰ ਕੇਵਲ ਔਰ ਕੇਵਲ ਪੱਛਮੀ ਬੰਗਾਲ ਤੇ ਲੱਗੀ ਸੀ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਹੈ ਕਿ ਜਿਹੜੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਨੇ, ਮੋਦੀ ਦੇ ਗਰੁੱਪ ਨੇ ਇਹਨੂੰ ਇੱਕ ਜੰਗ ਵਜੋਂ ਲਿਆ। ਅੱਜ ਤੱਕ ਦੇਸ਼ ਦੇ ਇਤਿਹਾਸ ਦੇ ਵਿੱਚ ਕਦੇ ਵੀ ਕਿਸੇ ਪ੍ਰਧਾਨ ਮੰਤਰੀ ਨੇ ਕਿਸੇ ਸੂਬੇ ਦੀ ਰਾਜਨੀਤੀ ਦੀ ਚੋਣਾਂ ਦੇ ਵਿੱਚ ਇੰਨਾ ਦਿਲਚਸਪੀ ਨਹੀਂ ਵਿਖਾਈ ਜਾਂ ਇੰਨਾ ਜ਼ੋਰ ਨਹੀਂ ਲਾਇਆ ਜਿੰਨਾ ਮੋਦੀ ਨੇ ਲਾਇਆ। ਔਰ ਇਹ ਜਿਹੜੀਆਂ ਵੋਟਾਂ ਸੀ, ਇਹ ਜਿਹੜੀਆਂ ਚੋਣਾਂ ਸੀ ਪੱਛਮੀ ਬੰਗਾਲ ਦੀਆਂ ਚੋਣਾਂ, ਇਹ ਪੱਛਮੀ ਬੰਗਾਲ ਦੇ ਜਿਹੜੇ ਲੋਕਲ ਮੁੱਦੇ ਨੇ ਜਿਹੜੇ ਉੱਥੋਂ ਦੇ, ਉਹਨਾਂ ਦੇ ਆਧਾਰ ਤੇ ਨਹੀਂ ਲੜੀਆਂ ਗਈਆਂ। ਇਹ ਲੜਾਈ ਜਿਹੜੀ ਆ ਮੋਦੀ ਵਰਸਸ ਮਮਤਾ ਹੋ ਗਈ ਔਰ ਮੋਦੀ ਨੇ ਪੂਰੀ ਆਪਣੀ ਤਾਕਤ ਜਿਹੜੀ ਆ ਇਸ ਵੋਟਾਂ ਦੇ ਵਿੱਚ ਝੋਂਕ ਦਿੱਤੀ, ਜਿਹਦੇ ਵਿੱਚ ਉਹਨੇ ਆਪਣੇ ਮੰਤਰੀ ਨੂੰ ਅਸਤੀਫੇ ਦਵਾ ਕੇ, ਸੰਸਦ ਮੈਂਬਰਾਂ ਨੂੰ ਅਸਤੀਫੇ ਦਵਾ ਕੇ ਉੱਥੋਂ ਨੇ ਚੋਣ ਲੜਾਈ। ਬਸ ਜਿਸ ਤਰ੍ਹਾਂ ਹੀ ਕਹਿੰਦੇ ਕਿ ਜੰਗ ਦੇ ਵਿੱਚ, ਜੰਗ ਔਰ ਪਿਆਰ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ, ਮੋਦੀ ਨੇ ਇਸ ਇਲੈਕਸ਼ਨ ਦੇ ਵਿੱਚ ਸਾਮ ਦਾਮ ਦੰਡ ਭੇਦ ਦੀ ਨੀਤੀ ਨੂੰ ਅਪਣਾਉਂਦਿਆਂ ਹਰ ਤਰੀਕੇ ਦਾ ਜਿਹੜਾ ਪੱਥਾ ਉੱਤੇ ਇਸਤੇਮਾਲ ਕੀਤਾ। ਪਰ ਇਹਦੇ ਬਾਵਜੂਦ ਜੇਕਰ ਪੱਛਮੀ ਬੰਗਾਲ ਦਾ ਸੂਝਵਾਨ ਵੋਟਰ, ਮੈਂ ਸੂਝਵਾਨ ਵੋਟਰ ਦੀ ਗੱਲ ਕਰਾਂਗਾ ਕਿ ਜੇਕਰ ਪੱਛਮੀ ਬੰਗਾਲ ਦਾ ਸੂਝਵਾਨ ਵੋਟਰ ਭਾਜਪਾ ਦੇ ਜਿਹੜੇ ਇਹ ਨਾਅਰੇ ਨੇ, ਦਿਲ ਜਿੰਨੀਆਂ ਚੀਜ਼ਾਂ ਉਹਨਾਂ ਨੇ ਲੋਕਾਂ ਨੂੰ ਦਿਖਾਈਆਂ, ਇਹਦੇ ਬਾਵਜੂਦ ਜੇਕਰ ਉਹ ਵੋਟਰ ਮਮਤਾ ਦੇ ਹੱਕ 'ਚ ਸਾਹਮਣੇ ਦਿਖਾਈ ਦਿੰਦੇ ਨੇ, ਨਿੱਤਰਦੇ ਨੇ, ਤਾਂ ਇਹਦਾ ਮਤਲਬ ਇਹ ਆ ਕਿ ਉੱਥੇ ਦੀਦੀ ਦਾ ਜਿਹੜਾ ਜਾਦੂ ਆ ਉਹ ਅੱਜ ਵੀ ਬਰਕਰਾਰ ਆ। ਉੱਥੇ ਐਂਟੀ ਜਿਹੜੀ ਸੱਤਾ ਵਿਰੋਧੀ ਲਹਿਰ ਆ ਉਹ ਵੀ ਕੋਈ ਨਹੀਂ ਆ। ਔਰ ਇੰਨੀ ਤਾਕਤ ਹੋਣ ਦੇ ਬਾਵਜੂਦ ਮਮਤਾ ਅਗਰ ਸਪਸ਼ਟ ਬਹੁਮਤ ਖੜਦੀ ਹੈ ਤਾਂ ਇਹ ਸਾਫ਼ ਸ਼ਬਦਾਂ 'ਚ ਕਹਾਂ ਇਹ ਬੀਜੇਪੀ ਦੀ ਹਾਰ ਨਹੀਂ ਆ, ਇਹ ਮੋਦੀ ਦੀ ਹਾਰ ਹੈ। ਔਰ ਮੋਦੀ ਨੂੰ ਇਸ ਕਿਵੇਂ ਦੇਖਦੇ ਹੋ ਕਿ ਇਸ ਰਿਜ਼ਲਟ ਦੇ ਪਿੱਛੇ ਜਿਹੜੇ ਕਿਸਾਨ ਉੱਥੇ ਮੋਦੀ ਸਰਕਾਰ ਦੇ ਖਿਲਾਫ ਜਾਂ ਮੋਦੀ ਦੇ ਖਿਲਾਫ ਆਪਾਂ ਕਹਿ ਦਈਏ ਚੋਣ ਪ੍ਰਚਾਰ ਜਿਹੜਾ ਕਰਨ ਗਏ ਸੀ ਕਿ ਭਾਈ ਤੁਸੀਂ ਜਿਹਨੂੰ ਮਰਜ਼ੀ ਜਿਹੜੀ ਵੋਟ ਪਾ ਦਿਓ ਪਰ ਮੋਦੀ ਦੇ ਉਲਟ ਵੋਟ ਪਾਓ, ਹਨਾ, ਕੀ ਲੱਗਦਾ ਕਿ ਕਿਸਾਨਾਂ ਦੇ ਇਸ ਐਕਸ਼ਨ ਦਾ ਨਤੀਜਾ ਰਿਜ਼ਲਟ ਦੇ ਵਿੱਚ ਦੇਖਣ ਨੂੰ ਮਿਲਿਆ, ਉਹਦਾ ਵੀ ਇੱਕ ਫੈਕਟਰ ਬਣ ਸਕਦਾ ਹੈ ਕਿ ਮੋਦੀ ਸਰਕਾਰ ਦੀ ਜਿਹੜੀ ਕਰਾਰੀ ਹਾਰ ਹੈ? ਨਹੀਂ, ਮੇਰੀ ਚਾਚੇ ਇਹ ਗੱਲ ਜਿਹੜੀ ਨਾ ਕੋਈ ਇੰਨੀ ਪ੍ਰਭਾਵਸ਼ਾਲੀ ਨਹੀਂ ਲੱਗਦੀ, ਕਿਉਂਕਿ ਜਿਹੜੇ ਕਿਸਾਨ ਉੱਥੇ ਗਏ, ਚਾਹੇ ਉਹ ਯੂਪੀ ਦੇ ਹੀ, ਚਾਹੇ ਉਹ ਆਪਣੇ ਹਰਿਆਣੇ ਦੇ ਸੀ, ਚਾਹੇ ਪੰਜਾਬ ਦੇ ਸੀ, ਤੇ ਵੈਸਟ ਬੰਗਾਲ ਦੇ ਜਿਹੜੇ ਕਿਸਾਨਾਂ ਦਾ ਸਭ ਤੋਂ ਜਿਹੜਾ ਅੰਤਰ ਹੈ ਨਾ ਭਾਰੀ, ਉਹ ਲੈਂਗੁਏਜ ਦਾ ਹੈਗਾ। ਜ਼ਰੂਰ ਗਏ ਨੇ ਇਹਨਾਂ ਕਿਸਾਨਾਂ ਨੇ ਉੱਥੇ ਜਾ ਕੇ ਇਹ ਗੱਲ ਜ਼ਰੂਰ ਕਹੀ ਉੱਥੇ ਕਿ ਠੀਕ ਆ ਕਿ ਤੁਸੀਂ ਮਤਲਬ ਮੋਦੀ ਨੂੰ ਵੋਟ ਨਹੀਂ ਪਾਉਣਾ, ਤੇ ਨਾ ਹੀ ਉਹਨਾਂ ਨੇ TMC ਦੀ ਗੱਲ ਕੀਤੀ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਮਤਲਬ ਇਹਦੇ ਖਿਲਾਫ ਹੈਗਾ, ਜਿਹਨੂੰ ਤੁਸੀਂ ਚੰਗਾ ਸਮਝਦੇ ਉਹਨੂੰ ਤੁਸੀਂ ਵੋਟ ਪਾਓ। ਦੇਖੋ, ਜਿਹੜੇ ਵੈਸਟ ਬੰਗਾਲ ਦੀ ਜਿਹੜੀ ਸਿਆਸਤ ਆ ਸਰ, ਉਹ ਪੰਜਾਬ ਦੀ ਜਾਂ ਯੂਪੀ ਦੀ ਜਾਂ ਹਰਿਆਣੇ ਦੀ ਸਿਆਸਤ ਤੋਂ ਅਲੱਗ ਕਿਸਮ ਦੀ ਸਿਆਸਤ ਆਪਾਂ ਉਸੇ ਕਹਿ ਸਕਦੇ ਹਾਂ। ਉਹਦਾ ਕਾਰਨ ਕੀ ਹੈ? ਉੱਥੋਂ ਦੇ ਜਿਹੜਾ ਲਿਟਰੇਸੀ ਰੇਟ ਤੁਸੀਂ ਦੇਖ ਲਓ, ਵੈਸਟ ਬੰਗਾਲ ਦਾ ਔਰ ਪੰਜਾਬ ਦਾ ਲਿਟਰੇਸੀ ਰੇਟ ਜਿਹੜਾ ਅਲੱਗ-ਅਲੱਗ ਹੈਗਾ। ਸਾਡਾ ਪੰਜਾਬ ਜਿਹੜਾ ਸੂਬਾ ਪ੍ਰਧਾਨ, ਅਸੀਂ ਕਹਿ ਖੇਤੀ ਪ੍ਰਧਾਨ ਸੂਬਾ ਹੈਗਾ, ਹਰਿਆਣਾ ਵੀ ਇਸੇ ਤਰ੍ਹਾਂ, ਯੂਪੀ ਦੇ ਵਿੱਚ ਵੀ ਆ, ਪਰ ਉਹਦੇ ਮੁਕਾਬਲੇ ਜਿਹੜਾ ਵੈਸਟ ਬੰਗਾਲ ਆ ਉਹ ਕੁਝ ਹੋਰ ਤਰ੍ਹਾਂ ਦੇ ਲੋਕ ਨੇ ਉੱਥੇ, ਅਸੀਂ ਕਹਿ ਸਕਦੇ ਲਿਟਰੇਸੀ ਸੂਝਵਾਨ ਵੋਟਰ ਹੈਗਾ ਪੰਜਾਬ ਦੇ ਮੁਕਾਬਲੇ। ਔਰ ਦੇਖੋ, ਉਹਦੇ ਇੰਨਾ ਕੁਝ ਹੋਣ ਦੇ ਬਾਵਜੂਦ ਬੀਜੇਪੀ ਨੇ ਹਰ ਤਰੀਕੇ ਦੀ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਲਾਲਚ ਵੀ ਦਿੱਤਾ, ਸਾਰੀਆਂ ਚੀਜ਼ਾਂ ਦੀ ਗੱਲ ਕੀਤੀ, ਪਰ ਇਹਦੇ ਬਾਵਜੂਦ ਜੇਕਰ ਉਹ ਵੋਟਰ ਮਮਤਾ ਦੇ ਨਾਲ ਖੜੇ ਆ, ਜੇਕਰ ਕਾਂਗਰਸ, ਤੁਸੀਂ ਕਿਸਾਨਾਂ ਦੀ ਗੱਲ ਕਰਕੇ ਕਿਸਾਨਾਂ ਦੇ ਪ੍ਰਭਾਵ, ਉਹਨਾਂ ਦੇ ਪ੍ਰਭਾਵ ਨਾਲ ਸ਼ਾਇਦ ਇਹਨਾਂ ਦੀ ਗੱਲ ਹੋ ਗਈ, ਤੇ ਜੇਕਰ ਕਿਸਾਨਾਂ ਦਾ ਪ੍ਰਭਾਵ ਉੱਥੇ ਪਿਆ ਹੁੰਦਾ ਤਾਂ ਪਿਛਲੀ ਵਾਰੀ 211 ਸੀਟਾਂ ਸੀ, ਤੇ ਫਿਰ ਉਹ ਘੱਟ ਤੋਂ ਘੱਟ ਫਿਰ 225 ਤੱਕ ਤੇ ਜਾਂਦਾ ਕੰਮ TMC ਦਾ। ਕਿ ਜੇਕਰ ਕਿਸਾਨਾਂ ਦਾ ਹੀ ਪ੍ਰਭਾਵ, ਕਿਸਾਨਾਂ ਦਾ ਪ੍ਰਭਾਵ ਮਤਲਬ ਮੇਰੀ ਚਾਚੇ ਹੋ ਸਕਦਾ ਕਿ ਕੋਈ 4, 2 ਜਾਂ 5 ਜਾਂ 10% ਪਿਆ ਹੋਵੇ, ਪਰ ਆਪਾਂ ਸਪਸ਼ਟ ਰੂਪ 'ਚ ਨਹੀਂ ਕਹਿ ਸਕਦੇ ਕਿ ਮਮਤਾ ਦੀ ਇਸ ਜਿੱਤ ਦੇ ਵਿੱਚ ਕਿਸਾਨਾਂ ਦਾ ਬੜਾ ਮਹੱਤਵਪੂਰਨ ਰੋਲ ਹੈਗਾ। ਨਹੀਂ, ਮੇਰੀ ਚਾਚੀ ਜੋ ਹੈ ਉਹ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ। ਇਹ ਜਿਹੜੀ 202 ਤੱਕ ਪਹੁੰਚਣਾ, ਇਹ ਮਮਤਾ ਦਾ ਆਪਣੀ ਜਿਹੜਾ ਕ੍ਰਿਸ਼ਮਾਈ ਅੰਦਾਜ਼ ਹੈਗਾ, ਔਰ ਜਿਸ ਤਰੀਕੇ ਨਾਲ ਉਹਨੇ ਡਟ ਕੇ ਮੁਕਾਬਲਾ ਕੀਤਾ। ਉਹ ਵੀਲ ਚੇਅਰ ਤੇ ਵੀ ਤੁਰੀ ਫਿਰਦੀ ਰਹੀ, ਔਰ ਵੀਲ ਚੇਅਰ ਤੇ ਤੁਰ ਕੇ ਤੇ ਉਹਨੇ ਹਰ ਜ਼ਿਲ੍ਹੇ ਨੂੰ, ਹਰ ਮਤਲਬ ਸ਼ਹਿਰ ਨੂੰ, ਹਰ ਪਿੰਡ ਨੂੰ ਆਪਣਾ ਉਹਨੇ ਆਧਾਰ ਬਣਾ ਕੇ ਲੋਕਾਂ ਦੇ ਵਿੱਚ ਵਿਚਰੀ ਆ। ਔਰ ਦੇਖੋ, ਲੋਕ ਜਿਹੜੇ ਨਾ ਜਿਹੜੇ ਲੋਕ
ਆਮ ਤੌਰ ਤੇ ਜਿਨ੍ਹਾਂ ਨੂੰ ਆਪਣੇ ਨੇਤਾ ਮੰਨਦੇ ਨੇ, ਉਹਨਾਂ ਲੋਕਾਂ ਨੂੰ ਆਪਣਾ ਨੇਤਾ ਮੰਨਦੇ ਨੇ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਨੇ, ਨਾ ਕਿ ਉਹਨਾਂ ਲੋਕਾਂ ਨੂੰ ਨੇਤਾ ਮੰਨਦੇ ਨੇ ਜਿਹੜੇ 5 ਸਾਲਾਂ ਦੇ ਵਿੱਚ ਕਦੇ ਕਦਾਈ ਆਪਣੇ ਮਹਿਲਾਂ ਦੇ ਵਿੱਚੋਂ ਬਾਹਰ ਨਿਕਲਦੇ ਹੋਣ ਜਾਂ ਕਦੇ ਜਾਂਦੇ ਹੋਣ। ਲੋਕ ਉਹਨਾਂ ਨੂੰ ਵਕਤ ਤੌਰ ਤੇ ਤਾਂ ਮੰਨ ਲੈਂਦੇ ਆ। ਪੰਜਾਬ ਦੀ ਸਿਆਸਤ ਦੀ ਜੇਕਰ ਆਪਾਂ ਅੱਗੇ ਗੱਲ ਕਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਅਜੇ ਤੱਕ ਉੱਦਾਂ ਦਾ ਲੀਡਰ ਨਹੀਂ ਬਣ ਸਕਿਆ। ਜੇਕਰ 2 ਵਾਰੀ ਐਸਏਡੀ ਦੀ ਸਰਕਾਰ ਬਣੀ ਤਾਂ ਉਹ ਵੀ ਸਰਕਮਸਟੈਂਸਿਸ ਕੀ ਸਨ ਜਾਂ ਕੀ ਨਹੀਂ, ਪਰ ਉੱਥੇ ਨਰੋਲ ਵੈਸਟ ਬੰਗਾਲ ਦੇ ਵਿੱਚ ਜੇਕਰ ਅੱਜ ਦੇ ਸੰਦਰਭ ਜੇਕਰ ਰੁਝਾਨ ਜਿਹੜੇ ਨੇ ਉਹ ਨਤੀਜਿਆਂ 'ਚ ਬਦਲਦੇ ਨੇ। ਔਰ ਮਮਤਾ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਮੋਦੀ ਦੇ ਖਿਲਾਫ ਜਿਹੜੀ ਆਪੋਜੀਸ਼ਨ ਹੈ ਉਹ ਕੋਈ ਬਹੁਤੀ ਤਕੜੀ ਜਾਂ ਬਹੁਤੇ ਕੋਈ ਆਪਣੀ ਕਾਰ ਵਿਹਾਰ ਦੇ ਕਰਕੇ ਚਰਚਾ ਨਹੀਂ ਬਟੋਰ ਪਾਈ, ਤੇ ਮੋਦੀ ਦੇ ਖਿਲਾਫ ਖੜਨ ਵਾਲਾ ਉਹਦਾ ਕੋਈ ਵਿਰੋਧੀ ਹੈ ਨਹੀਂ। ਕੀ ਲੱਗਦਾ ਹੈ ਕਿ ਹੁਣ ਭਾਰਤ ਦੀ ਸਿਆਸਤ ਦੇ ਵਿੱਚ ਮਮਤਾ ਬੈਨਰਜੀ ਦੇ ਰੂਪ ਦੇ ਵਿੱਚ ਮੋਦੀ ਦੇ ਖਿਲਾਫ ਇੱਕ ਮਜ਼ਬੂਤ ਜਿਹੜੀ ਵਿਰੋਧੀ ਔਰਤ ਜਾਂ ਵਿਰੋਧੀ ਧਿਰ ਆਪਾਂ ਕਹਿ ਦਈਏ ਖੜੀ ਹੋ ਗਈ ਹੈ? ਹਾਂ ਬਿਲਕੁਲ, ਇਹ ਅਸੀਂ ਗੱਲ ਕਹਿ ਸਕਦੇ ਹਾਂ। ਇਹ ਜੇ ਆਉਣ ਵਾਲਾ ਸਮਾਂ ਦੱਸੇਗਾ ਜੇਕਰ ਮਮਤਾ ਬੈਨਰਜੀ ਉੱਥੇ ਸਰਕਾਰ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਂ ਰੋਜ਼ਾਨਾ ਨੂੰ ਜਦੋਂ ਪੂਰਨ ਤੌਰ ਤੇ ਗੱਲ ਕਰਾਂਗਾ ਫਿਰ ਮੈਂ ਕਹਾਂਗਾ। ਪਰ ਇਹਦੇ ਸਾਰੇ ਬਾਵਜੂਦ ਜੇਕਰ ਸਰਕਾਰ ਬਣਦੀ ਔਰ ਮਮਤਾ ਬੈਨਰਜੀ ਵੈਸਟ ਬੰਗਾਲ ਦੇ ਵਿੱਚ ਸਰਕਾਰ ਮੁੱਖ ਬਣਾਉਂਦੀ ਆ ਤਾਂ ਨੈਸ਼ਨਲ ਪੱਧਰ ਤੇ ਮੋਦੀ ਦੇ ਖਿਲਾਫ ਮਮਤਾ ਬੈਨਰਜੀ ਇੱਕ ਵਧੀਆ ਲੀਡਰ ਜਿਹੜਾ ਹੋਵੇਗਾ, ਜਿਹੜਾ ਅੱਜ ਤੱਕ ਨਾ ਤਾਂ ਕਾਂਗਰਸ ਕੋਲ ਸੀ, ਨਾ UPA ਕੋਲ ਸੀ, ਨਾ ਕਿਸੇ ਹੋਰ ਪਾਰਟੀ ਕੋਲ ਸੀ। ਤਾਂ ਫਿਰ ਪ੍ਰਧਾਨ ਮੰਤਰੀ ਮੋਦੀ ਦਾ ਮੁਕਾਬਲਾ ਕਰਨ ਵਾਸਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਕੋਲ ਮਮਤਾ ਜਿਹੜਾ ਇੱਕ ਧੁੱਪ ਦਾ ਪੱਤਾ ਹੋਵੇਗਾ, ਜਿਹੜਾ ਉਸ ਸਮੇਂ ਤੇ ਉਸ ਦਾ ਪ੍ਰਯੋਗ ਕਰਨਗੇ ਔਰ ਇੱਕ ਤਗੜੀ ਟੱਕਰ ਦੇਵੇਗੀ। ਉਹਨੇ ਆਪਣੀ ਜਿਹੜੀ ਸ਼ਕਤੀ ਹੈ, ਆਪਣੀ ਸ਼ਕਤੀ ਦਾ ਪ੍ਰਦਰਸ਼ਨ ਇਸ ਜੰਗ ਦੇ ਵਿੱਚ ਦੇ ਦਿੱਤਾ ਗਿਆ। ਔਰ ਦੇਖੋ ਸਮਾਂ ਜਿਹੜਾ ਨਾ ਸਰ, ਸਮਾਂ ਬਹੁਤ ਕੁਝ ਕਰਾਉਂਦਾ ਬੰਦੇ ਕੋਲ, ਕਿਉਂਕਿ ਜਿਹੜੀ ਤਾਕਤ ਦੇ ਨਸ਼ੇ 'ਚ ਬੰਦਾ ਭੁੱਲ ਜਾਂਦਾ ਕਿ ਮੇਥੋਂ ਕੀ ਕੁਝ ਹੋ ਰਿਹਾ। ਅਗਰ ਮੋਦੀ ਇਸ ਲੜਾਈ ਦੇ ਵਿੱਚ ਸਿੱਧੇ ਤੌਰ ਤੇ ਨਾ ਕੁੱਦਦਾ, ਅਮਿਤ ਸ਼ਾਹ ਇਸ ਲੜਾਈ 'ਚ ਸਿੱਧੇ ਤੌਰ ਤੇ ਨਾ ਕੁੱਦਦਾ, ਤੇ ਇਹ ਜਿਹੜਾ ਪ੍ਰਸ਼ਨ ਤੁਸੀਂ ਮੈਨੂੰ ਕੀਤਾ ਤਾਂ ਸ਼ਾਇਦ ਇਹ ਪ੍ਰਸ਼ਨ ਤੁਸੀਂ ਮੈਨੂੰ ਕਰਦੇ ਨਾ, ਕਿਉਂਕਿ ਜਿੱਤ ਹਾਰਾਂ ਤਾਂ ਬਣਦੀਆਂ ਰਹਿੰਦੀਆਂ, ਪਾਰਟੀਆਂ ਜਿੱਤਦੀਆਂ ਨੇ, ਪਾਰਟੀਆਂ ਹਾਰਦੀਆਂ ਨੇ। ਪਰ ਜਦੋਂ ਇਸ ਤਰੀਕੇ ਦਾ ਬੰਦਾ ਜਾ ਕੇ ਉੱਥੇ ਓਪਰੇਟ ਕਰਦਾ ਤੇ ਫਿਰ ਇੱਕ ਤਕੜੀ ਹਾਰ ਦਾ ਮੂੰਹ ਲੈ ਕੇ ਵਾਪਸ ਪਰਤਦਾ ਤਾਂ ਫਿਰ ਸਥਿਤੀਆਂ ਤਰਸਯੋਗੀ ਹੁੰਦੀਆਂ ਨੇ। ਹੁਣ ਤਰਾਸਦੀ ਇਸ ਗੱਲ ਦੀ ਹੈ ਕਿ ਦੂਸਰੇ ਪਾਸੇ BJP ਦੇ ਵਿੱਚ ਵੀ ਇੱਦਾਂ ਦਾ ਕੋਈ ਲੀਡਰ ਹੈ ਨਹੀਂ ਕਿ ਜਿਹੜਾ ਇਸ ਹਾਰ ਦੀ ਜ਼ਿੰਮੇਵਾਰੀ ਦੇ ਆਧਾਰ ਤੇ ਮੋਦੀ ਕੋਲ ਅਸਤੀਫੇ ਦੀ ਮੰਗ ਕਰਦਾ ਹੋਵੇ, ਉਹ ਵੀ ਨਹੀਂ ਕਰ ਸਕਦੇ। ਪਰ ਹਾਂ, ਇਹ ਨਤੀਜਾ ਜੇਕਰ ਮੋਦੀ ਵੈਸਟ ਬੰਗਾਲ ਦੇ ਵਿੱਚ ਹਾਰਦਾ ਔਰ ਮਮਤਾ ਬੈਨਰਜੀ ਆਪਣੀ ਸਰਕਾਰ ਬਣਾਉਂਦੀ ਆ ਤਾਂ BJP ਤਾਂ ਯਾਦ ਰੱਖਣਾ ਕਿ BJP ਦੇ ਵਿੱਚ ਵੀ ਵਿਦਰੋਹ ਦੀਆਂ ਸੁਰਾਂ ਜਿਹੜੀਆਂ ਉੱਭਰਨਗੀਆਂ। ਰਾਜਨਾਥ ਗਰੁੱਪ ਜਾਂ ਹੋਰ ਗਰੁੱਪ ਜਿਹੜੇ ਇਸੇ ਮੌਕੇ ਦੀ ਤਲਾਸ਼ ਵਿੱਚ ਨੇ ਕਿ ਕੁਝ ਇਹੋ ਜਿਹਾ ਹੋਵੇ ਤਾਂ ਮੋਦੀ ਨੂੰ ਨਿਸ਼ਾਨਾ ਬਣਾਇਆ ਜਾਵੇ। ਤਾਂ ਇਸ ਆਧਾਰ ਤੇ ਮੈਂ ਕਹਿ ਸਕਣਾ ਕਿ ਆਉਣ ਵਾਲੇ ਜਿਹੜੇ ਦਿਨ ਹੋਣਗੇ, ਤੁਸੀਂ 2024 ਦੀ ਇਲੈਕਸ਼ਨ ਤਾਂ ਜੇ ਬੜੀ ਦੂਰ ਆ, ਆਉਣ ਵਾਲੇ ਕੁਝ ਚੰਦ ਦਿਨਾਂ ਦੇ ਵਿੱਚ ਮੋਦੀ ਦੇ ਖਿਲਾਫ ਵੀ ਪਾਰਟੀ ਪੱਧਰ ਤੇ ਕੋਈ ਨਾ ਕੋਈ ਜਿਹੜਾ ਇੱਕ ਵਿਰੋਧ ਦੀ ਸੁਰ ਸਾਨੂੰ ਸੁਣਨ ਨੂੰ ਵਿਖਾਈ ਦੇ ਸਕਦੀ। ਕੀ ਲੱਗਦਾ ਹੈ ਮਨਜੀਤ ਜੀ, ਕੀ ਲੱਗਦਾ ਹੈ ਕਿ ਇਹਨਾਂ ਚੋਣਾਂ ਦਾ ਅਸਰ ਪੰਜਾਬ ਦੀ ਸਿਆਸਤ ਦੇ ਉੱਪਰ ਵੀ ਪੈ ਸਕਦਾ? ਬਿਲਕੁਲ ਜੀ, ਪੰਜਾਬ ਦੀ ਸਿਆਸਤ ਤੇ ਕਿਉਂ ਨਹੀਂ ਪਏਗਾ। ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਅਗਲੇ ਸਾਲ ਨੇ। ਔਰ ਜਿਸ ਤਰ੍ਹਾਂ ਇਹ ਇੱਕ ਪੱਖ ਆਪਾਂ ਇਹ ਵੀ ਮੰਨ ਲਈਏ ਕਿ ਕਿਸਾਨ ਜਿਹੜੇ ਨੇ ਵੈਸਟ ਬੰਗਾਲ 'ਚ ਗਏ, ਲੋਕਾਂ ਨੂੰ ਉਹਨਾਂ ਨੇ ਪ੍ਰਭਾਵਿਤ ਕੀਤਾ। ਵੈਸਟ ਬੰਗਾਲ ਬੜੀ ਦੂਰ ਹੈ। ਅਸੀਂ ਦਿੱਲੀ ਦੇ ਜਿਹੜੇ ਬਰੂਹਾਂ ਤੇ ਬੈਠੇ ਨੇ ਉਹ ਪੰਜਾਬ ਦੇ ਕਿਸਾਨ ਨੇ। ਔਰ ਹੁਣ ਜਿਹੜਾ ਉਹ ਕਿਸਾਨ ਹੈਗਾ ਉਹ ਕਿਸਾਨ ਨਹੀਂ ਰਹਿ ਗਿਆ ਕਿ ਜਿਹੜਾ ਜੁੱਤੀ ਟੁੱਟੀ ਪਾਈ ਆ, ਮੰਡੀ 'ਚ ਗਿਆ, ਜੋ ਮੰਡੀ 'ਚ ਖਾਤਾ ਉਹ ਵਾਪਸ ਆ ਗਿਆ। ਹੁਣ ਕਿਸਾਨਾਂ ਨੇ ਜਦੋਂ ਵੈਸਟ ਬੰਗਾਲ ਦੇ ਨਤੀਜੇ ਪਤਾ ਕਰਨਗੇ, ਬਾਕੀ ਚੋਣਾਂ ਦੇ ਪ੍ਰਦੇਸ਼ਾਂ ਦੇ ਵਿੱਚ ਚੋਣਾਂ ਦੇ ਨਤੀਜਿਆਂ ਦਾ ਜਦੋਂ ਪਤਾ ਲੱਗੇਗਾ ਤਾਂ ਉਸ ਦਾ ਪ੍ਰਭਾਵ ਪੰਜਾਬ ਦੀਆਂ ਵੋਟਾਂ ਤੇ ਪੰਜਾਬ ਦੀਆਂ ਚੋਣਾਂ ਤੇ ਪਏਗਾ। ਕਾਰਨ ਕੀ? ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਕੈਪਟਨ ਸਰਕਾਰ ਦੇ ਨਾਲ ਨਾਰਾਜ਼ ਨੇ। ਅਜੇ 4 ਦਿਨ ਪਹਿਲਾਂ ਹੀ ਪਟਿਆਲੇ ਦੇ ਵਿੱਚ ਜੋ ਕੁਝ ਹੋਇਆ, ਦਿੱਲੀ ਕਟੜਾ ਹਾਈਵੇ ਦੀ ਜਿਹੜੀ ਗੱਲ ਚੱਲਦੀ ਪਈ ਆ, ਤਾਂ ਕਿਸਾਨਾਂ ਨੇ ਮੋਤੀ ਮਹਿਲ ਦਾ ਜਿਹੜਾ ਘਿਰਾਓ ਕਰਨਾ ਕੀਤਾ, ਜਿਸ ਤਰ੍ਹਾਂ ਉਹਨਾਂ ਨੇ ਉੱਥੇ ਹਰਿਆਣੇ 'ਚ ਬੈਰੀਕੇਡ ਪੁੱਟੇ, ਉਸੇ ਤਰ੍ਹਾਂ ਉਹਨਾਂ ਇੱਥੇ ਵੀ ਪੁੱਟੇ, ਡਾਂਗਾ ਵੀ ਚੱਲੀਆਂ, ਸੋਟੇ ਵੀ ਮਾਰੇ। ਪਰ ਉਹਨਾਂ ਨੇ ਇਹ ਉੱਥੇ ਬੈਠ ਤੇ ਗਏ, ਕਿਸਾਨ ਉੱਠੇ ਨਹੀਂ। ਪਰ ਉਹਨਾਂ ਨਾਲ ਹੀ ਇਹ ਕਹਿ ਦਿੱਤਾ ਕਿ ਜੇਕਰ ਸਾਡੀ ਗੱਲ ਨਾ ਸੁਣੀ ਗਈ ਤਾਂ ਇਸ ਤੋਂ ਅੱਗੇ ਵੀ ਅਸੀਂ ਜਾ ਸਕਦੇ ਹਾਂ। ਕਹਿਣ ਦਾ ਅਰਥ ਇਹ ਆ, ਹੁਣ ਪੰਜਾਬ ਦੇ ਵਿੱਚ 2 ਰਵਾਇਤੀ ਪਾਰਟੀਆਂ ਨੇ, ਅਕਾਲੀ ਦਲ ਹੈ, ਕਾਂਗਰਸ ਹੈ। ਤੀਸਰੀ ਆਮ ਪਾਰਟੀ, ਉਹ ਰਵਾਇਤੀ ਪਾਰਟੀ ਆਪਾਂ ਨਹੀਂ ਕਹਿ ਸਕਦੇ। ਉਹ ਲੋਕ ਜਿਹੜੇ ਨੇ ਉਹ ਕਾਂਗਰਸ ਨਾਲ ਵੀ ਨਾਰਾਜ਼ ਦਿਖਾਈ ਦੇ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਨਾਲ ਤਾਂ ਹੈ ਹੀ ਹੈ, ਬੇਸ਼ੱਕ ਜੋ ਮਰਜ਼ੀ ਕਹੀ ਜਾਣ ਕਿ ਅਸੀਂ 3 ਥਾਵਾਂ ਤੋਂ ਟਰੈਕਟਰ ਚਲਾ ਕੇ ਦਿੱਲੀ ਚੰਡੀਗੜ੍ਹ ਪਹੁੰਚਣਾ, ਕਿਸਾਨ ਸਾਡੇ ਨਾਲ ਨੇ। ਪਰ ਨਹੀਂ, ਪੰਜਾਬ ਦੇ ਲੋਕ ਔਰ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਹੁਣ ਇਹਨਾਂ ਦੋਵਾਂ ਪਾਰਟੀਆਂ ਤੋਂ ਅਨਾਇਤ ਹੋ ਕਿਸੇ ਤੀਜੇ ਬਦਲ ਦੀ ਤਲਾਸ਼ ਵਿੱਚ ਨੇ, ਮੌਕੇ ਦੇ ਵਿੱਚ ਨੇ। ਹੁਣ BJP ਦਾ ਪੰਜਾਬ 'ਚ ਜਿਹੜਾ ਉਹ ਕੰਮ ਖਤਮ ਹੋ ਚੁੱਕਾ।
ਕੋਈ ਵੀ ਬੰਦਾ ਬੀਜੇਪੀ ਵੱਲ ਨੂੰ ਜਾਣ ਨੂੰ ਤਿਆਰ ਨਹੀਂ। ਬੇਸ਼ੱਕ ਬੀਜੇਪੀ ਅਜੇ ਵੀ ਕਿਸੇ ਸੁਪਨਵੀਂ ਦੁਨੀਆ ਦੇ ਜਗਤ ਦੇ ਵਿੱਚ ਰਹਿ ਕੇ ਇਹ ਗੱਲ ਸੋਚਦੀ ਪਈ ਆ ਕਿ ਸ਼ਾਇਦ ਅਸੀਂ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਕੀ ਧਮਾਕਾ ਕਰ ਦੇਣਾ। ਮੈਂ ਇੱਕ ਨਿੱਜੀ ਚੈਨਲ ਤੇ ਕਿਸੇ ਲੀਡਰ ਦਾ ਬਿਆਨ ਸੁਣ ਰਿਹਾ ਸੀ, ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਵੋਟਾਂ ਆ ਲੈਣ ਦਿਓ, ਫਿਰ ਅਸੀਂ ਆਪਣੀ ਸਥਿਤੀ ਦੱਸਾਂਗੇ ਅਸੀਂ ਕੀ ਕਰਨਾ। ਪਰ ਚਲੋ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈਗਾ। ਪਰ ਪੰਜਾਬ ਦੇ ਵਿੱਚ ਜਦੋਂ ਅਸੀਂ ਗੱਲ ਕਰਾਂ ਕਿ ਇਹ ਜਿਹੜੀਆਂ ਵੈਸਟ ਬੰਗਾਲ ਦੀਆਂ ਜਿਹੜੀਆਂ ਚੋਣਾਂ ਦੇ ਨਤੀਜੇ ਨੇ, ਇਹ ਪੂਰਨ ਤੌਰ ਤੇ ਪ੍ਰਭਾਵ ਪਾਉਣਗੇ, ਕਿਉਂਕਿ ਕਿਸੇ ਵੀ ਪਾਰਟੀ ਦੀ ਸਥਿਤੀ ਇਸ ਵੇਲੇ ਇੰਨੀ ਮਜ਼ਬੂਤ ਨਹੀਂ ਹੈਗੀ ਪੰਜਾਬ ਦੇ ਵਿੱਚ ਕਿ ਉਹ ਚੋਣਾਂ ਨੂੰ ਬਿਲਕੁਲ ਆਰਾਮ ਨਾਲ ਉਹ ਸਰ ਕਰਕੇ ਤੇ ਜੇਤੂ ਪ੍ਰਾਪਤ ਕਰ ਸਕੇ। ਕਿਉਂ ਇਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਦੇ ਵਾਸਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, SIT ਦੇ ਮੁੱਦੇ ਬੜੇ ਭਖਵੇਂ ਮੁੱਦੇ ਬਣੇ ਹੈ। ਦੂਜੇ ਪਾਸੇ ਅਕਾਲੀ ਦਲ ਵੀ ਇਸ ਵੇਲੇ ਜਿਹੜੀ ਸਾਇਲੈਂਟ ਰਹਿਣ ਦੀ ਨੀਤੀ ਅਪਣਾ ਕੇ ਇਹਦੇ ਚੋਂ ਬਚਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਲੋਕਾਂ ਨੂੰ ਕਹਿਣ ਨੂੰ ਕੁਝ ਵੀ ਨਹੀਂ ਹੈ। ਪੰਜਾਬ ਦੀ ਰਾਜਨੀਤੀ ਦੇ ਜਿਹੜਾ ਪ੍ਰਭਾਵ ਆ ਉਹ ਇੱਕ ਧਾਰਮਿਕ ਮਾਨਸਿਕਤਾ ਦੇ ਨਾਲ ਜੁੜਿਆ। ਦੂਸਰੇ ਪਾਸੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਅਜੇ ਉਸੇ ਤਰ੍ਹਾਂ ਬਰਕਰਾਰ ਨੇ। ਹੁਣ ਉਹਦੇ ਵਿੱਚ ਇਹ ਸਾਰੇ ਸਿਨੈਰੀਓ ਦੇ ਵਿੱਚ ਇੱਕ ਤੀਜਾ ਜਿਹੜੀ ਧਿਰ ਆ, ਉਹ ਧਿਰ ਹੁਣ ਕਿਹੜੀ ਹੋ ਸਕਦੀ ਹੈ ਜਿਹੜੀ ਲੋਕਾਂ ਦੇ ਵਿਸ਼ਵਾਸਾਂ ਤੇ ਖੜਾ ਉਤਰੇ। ਉਹ ਹੁਣ ਉਸ ਧਿਰ ਦਾ ਲੋਕਾਂ ਨੂੰ ਮਤਲਬ ਇੱਕ ਆਸ ਹੈਗੀ ਕਿ ਕੋਈ ਆਊਗਾ ਤਾਂ ਉਹਦੇ ਨਾਲ ਅਸੀਂ ਜੁੜਾਂਗੇ। ਬਾਕੀ ਸਮਾਂ ਜਿਹੜਾ ਉਹ ਦੱਸੇਗਾ, ਪਰ ਇਹ ਗੱਲ ਕਲੀਅਰ ਹੈ, ਇਹ ਗੱਲ ਸਾਫ਼ ਸਪਸ਼ਟ ਆ ਕਿ ਇਹਨਾਂ ਪੱਛਮੀ ਬੰਗਾਲ ਦੇ ਚੋਣਾਂ ਦਾ ਨਤੀਜਿਆਂ ਦਾ ਪੰਜਾਬ ਦੀ ਪੋਲਿਟਿਕਸ ਤੇ ਪੰਜਾਬ ਦੀ ਰਾਜਨੀਤੀ ਦੇ ਬੜਾ ਡੂੰਘਾ ਪ੍ਰਭਾਵ ਪਏਗਾ। ਔਰ ਤੁਸੀਂ ਦੇਖਣਾ ਇਹ ਨਤੀਜੇ ਆ ਲੈਣ ਦਿਓ, ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਰਵਾਇਤੀ ਨੇ, ਉਹਨਾਂ ਨੂੰ ਆਪਣੀ ਸੁਰ ਜਿਹੜੀ ਬਦਲਣੀ ਪਵੇਗੀ। ਚਾਹੇ ਉਹ ਨਵਜੋਤ ਸਿੱਧੂ ਵਰਸਸ ਕੈਪਟਨ ਹੋਵੇ, ਸੁਖਬੀਰ ਬਾਦਲ ਉਹ ਜੋ ਦੂਜਾ ਸ਼੍ਰੋਮਣੀ ਅਕਾਲੀ ਦਲ ਹੋਵੇ, ਜਾਂ ਦੂਜੇ ਪਾਸੇ ਢੀਂਡਸਾ ਗਰੁੱਪ ਹੋਵੇ, ਉਹਨਾਂ ਨੂੰ ਇਹ ਜਿਹੜੇ ਪੱਛਮੀ ਬੰਗਾਲ ਦੇ ਚੋਣ ਨਤੀਜੇ ਨੇ ਔਰ BJP ਦੀ ਕਰਾਰੀ ਹਾਰ ਤੋਂ ਇਹਨਾਂ ਲੋਕਾਂ ਨੂੰ ਸਬਕ ਮਿਲੇਗਾ। ਔਰ ਇਹ ਆਪਣੀ ਜਿਹੜੀ ਪ੍ਰਕਿਰਿਆ ਹੈ, ਕਰਾਰੀ ਹਾਰ ਦੀ ਤੁਸੀਂ ਗੱਲ ਕੀਤੀ, ਮਾਫ ਕਰਨਾ ਮੈਂ ਦੁਬਾਰਾ ਇਸ ਪਾਸੇ ਆਵਾਂਗਾ। ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣੇ ਦੇ ਵਿੱਚ ਪੂਰਨ ਤੌਰ ਤੇ ਲੋਕਡਾਊਨ ਲਗਾ ਦਿੱਤਾ ਗਿਆ। ਕਿਵੇਂ ਨਾ ਕਿਵੇਂ ਕਰਕੇ ਜੇ ਆਪਾਂ ਗੱਲ ਕਰੀਏ, ਜਿਸ ਤਰੀਕੇ ਦੇ ਨਾਲ ਕਿਸਾਨ ਉੱਥੇ ਗਏ ਸੀ ਬੰਗਾਲ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ, ਹੁਣ ਉੱਥੋਂ ਦੇ ਰਿਜ਼ਲਟ ਆਉਣੇ ਜਿਸ ਤਰੀਕੇ ਨਾਲ ਸ਼ੁਰੂ ਹੋ ਗਏ ਨੇ, ਤੇ ਇੱਧਰੋਂ ਬੇਸ਼ੱਕ ਕੇਸ ਵੱਧਦੇ ਆ ਰਹੇ ਆ, ਬੇਸ਼ੱਕ ਗਿਣਤੀ ਲਗਾਤਾਰ ਹਰ ਸੂਬੇ ਦੇ ਵਿੱਚ ਹੀ ਵਧੀ ਹੋਈ ਹੈ ਮਰੀਜ਼ਾਂ ਦੀ, ਪਰ ਜਿਸ ਤਰੀਕੇ ਦੇ ਨਾਲ ਰਿਜ਼ਲਟ ਆਉਣ ਤੋਂ ਬਾਅਦ ਇੱਕਦਮ ਪੂਰਨ ਤੌਰ ਤੇ ਲੋਕਡਾਊਨ ਲਗਾ ਦਿੱਤਾ ਗਿਆ, ਕੀ ਲੱਗਦਾ ਹੈ ਕਿ ਅੰਦੋਲਨ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਚਾਹੇ ਇਸ ਕਰਾਰੀ ਹਾਰ ਤੋਂ ਬਾਅਦ BJP? ਹਾਂ ਬਿਲਕੁਲ, ਕਿਉਂਕਿ ਮਨੋਹਰ ਲਾਲ ਖੱਟਰ ਜਿਹੜੀ ਹਰਿਆਣਾ ਸਰਕਾਰ, ਜਿਹੜੀ ਖੱਟਰ ਦੀ BJP ਸਰਕਾਰ ਆ, ਉਹ ਇਸ ਕਿਸਾਨਾਂ ਦੇ ਅੰਦੋਲਨ ਤੋਂ ਪਹਿਲੇ ਦਿਨ ਤੋਂ ਹੀ ਅਨਾਇਟ ਚੱਲ ਰਹੀ ਹੈ। ਔਰ ਦੇਖੋ ਜਿੰਨੇ ਵੀ BJP ਦੇ ਸਰਕਾਰਾਂ ਨੇ ਜਾਂ BJP ਦੇ ਨੇਤਾ ਨੇ, ਸਾਰੇ ਦੀ ਨਜ਼ਰ ਵੈਸਟ ਬੰਗਾਲ ਤੇ ਲੱਗੀ ਹੈ, ਉਹਨਾਂ ਤੇ ਲੱਗੀ ਸੀ। ਉਹ ਲੋਕੀ ਔਰ ਆਮ ਲੋਕਾਂ ਦੇ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਹੈ ਕਿ ਜੇਕਰ ਪੱਛਮੀ ਬੰਗਾਲ 'ਚ BJP ਚੋਣ ਹਾਰ ਗਈ ਤਾਂ ਕਿਸਾਨਾਂ ਦੀ ਕੁਝ ਨਾ ਕੁਝ ਸੁਣੀ ਜਾਊਗੀ। ਆਮ ਤੌਰ ਤੇ ਇੱਕ ਲੋਕਾਂ 'ਚ ਇਹੋ ਜਿਹੀ ਗੱਲ ਆਵਾਜ਼ ਹੈਗੀ ਆ, ਤੇ ਜੇਕਰ ਜਿੱਤ ਜਾਂਦੀ ਤੇ ਫਿਰ ਕਿਸਾਨਾਂ ਨੂੰ ਵਾਪਸ ਆਉਣਾ ਪੈਣਾ। ਹੁਣ ਦੂਜੇ ਪਾਸੇ ਮੋਦੀ ਦੀ ਜਿਹੜੀ ਪਰਸਨੈਲਿਟੀ ਹੈ, ਮੋਦੀ ਦੀ ਸ਼ਖਸੀਅਤ BJP ਹਲਕਿਆਂ ਨੇ ਇਸ ਤਰ੍ਹਾਂ ਦੀ ਬਣਾਤੀ ਆ ਕਿ ਮੋਦੀ ਜਿਹੜਾ ਇੱਕ ਸਖਤ ਲੀਡਰ ਆ, ਜਿਹੜਾ ਉਹ ਸਟੈਂਡ ਚੁੱਕਦੇ ਉਹ ਵਾਪਸ ਨਹੀਂ ਲੈਂਦਾ। ਤਾਂ ਉਸ ਇਮੇਜ ਨੂੰ ਹੁਣ ਬਰਕਰਾਰ ਰੱਖਣ ਵਾਸਤੇ ਇਹ ਜਿਹੜਾ ਤੁਸੀਂ ਗੱਲ ਗੱਲ ਜਿਹੜੀ ਤੁਸੀਂ ਕੀਤੀ, ਹਰਿਆਣਾ ਸਰਕਾਰ ਮੁਕੰਮਲ ਲਾਕਡਾਊਨ ਲਾ ਦਿੱਤਾ, ਇਸ ਦਾ ਕੇਵਲ ਔਰ ਕੇਵਲ ਮੁੱਦਾ, ਜਿਸ ਤਰ੍ਹਾਂ ਪੰਜਾਬੀ 'ਚ ਖਾਣ ਕਹਿੰਦੇ ਨਾ ਕਿ ਡਿੱਗੀ ਉਹਦੇ ਤੋਂ ਗੁੱਸਾ ਘਮਿਆ, ਤੇ ਇਹ ਅਸਲ 'ਚ ਹੁਣ ਸਥਿਤੀਆਂ ਉਹ ਨਹੀਂ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਿਸਾਨਾਂ ਨੇ ਜਾ ਕੇ ਉੱਥੇ ਕਲਕੱਤੇ ਦੇ ਵਿੱਚ ਸਾਡਾ ਜਲੂਸ ਕੱਢਿਆ ਤੇ ਚਲੋ ਇਸ ਨੂੰ ਟਾਰਗੇਟ ਕੀਤਾ ਜਾਵੇ। ਆਹ ਜਿਹੜੇ ਦਿੱਲੀ ਬਾਰਡਰ ਤੇ ਬੈਠੇ ਨੇ, ਦੇਖਿਓ ਪਰਮਾਤਮਾ ਨਾ ਕਰੇ ਕਿ ਇਹੋ ਜਿਹੀ ਗੱਲ ਜੇਕਰ ਇਹਨਾਂ ਦੇ ਉੱਤੇ ਕੁਝ ਹੋਰ ਵੀ ਸਖਤੀ ਜਿਹੜੀ ਆ ਦਿੱਲੀ ਦੇ ਬਾਰਡਰ ਤੇ ਕਿਸਾਨਾਂ ਦੇ ਉੱਤੇ ਹੋ ਸਕਦੀ ਆ, ਜਿਹੋ ਜਿਹੀਆਂ ਸਥਿਤੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਔਰ ਖੱਟਰ ਪੂਰਨ ਤੌਰ ਤੇ ਪਹਿਲੇ ਦਿਨ ਤੋਂ ਹੀ ਇਸ ਗੱਲ ਦਾ ਇਹਨਾਂ ਨਾਲ ਚੱਲਦਾ। ਇੱਕ ਉਹਨਾਂ ਦਾ ਹੋਰ ਬੜਬੋਲਾ ਜਿਹਾ ਜਿਹੜਾ ਮੰਤਰੀ ਅਨਿਲ ਵਿਜ ਹੈ, ਉਹਦਾ ਤਾਂ ਟਾਰਗੇਟ ਹੀ ਕਿਸਾਨ ਹਨ। ਤਾਂ ਉਹ ਜ਼ਰੂਰ ਆ ਲਾਕਡਾਊਨ ਦੇ ਸੰਦਰਭ ਦੇ ਵਿੱਚ ਇਹ BJP ਦੀ ਨੀਤੀ ਇਹੋ ਹੈ ਕਿ ਕਿਸਾਨਾਂ ਕਰਕੇ ਸਾਨੂੰ ਉੱਥੋਂ ਹਾਰ ਮਿਲੀ ਹੈ, ਸੋ ਇਹਨਾਂ ਨੂੰ ਜਿਹੜਾ ਤੰਗ ਕੀਤਾ ਜਾਵੇ, ਜੋ ਸਮਝ ਆ ਰਿਹਾ ਵੀ। ਬਿਲਕੁਲ, ਆਪਾਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਰਹੇ ਸੀ ਇਸ ਪ੍ਰੋਗਰਾਮ ਤੋਂ, ਇਸ ਸਵਾਲ ਤੋਂ ਪਹਿਲਾਂ। ਜਿਸ ਤਰੀਕੇ ਦੇ ਨਾਲ BJP ਸਰਕਾਰ ਤੋਂ ਤੰਗ ਸੀ ਕਿਸਾਨ, ਤਾਂ ਉੱਥੇ ਜਾ ਕੇ BJP ਸਰਕਾਰ ਦਾ ਕਲਕੱਤੇ ਦੇ ਵਿੱਚ ਜਾ ਕੇ, ਬੰਗਾਲ ਦੇ ਵਿੱਚ ਜਾ ਕੇ ਵਿਰੋਧ ਕੀਤਾ। ਹੁਣ ਜੇ ਆਪਾਂ ਕੈਪਟਨ ਸਰਕਾਰ ਦੀ ਗੱਲ ਕਰੀਏ, ਮਨਜੀਤ ਜੀ, ਤੁਹਾਨੂੰ ਵੀ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜੇ ਪੰਜਾਬ ਦੇ ਕਿਸਾਨ ਆ, ਪੰਜਾਬ ਦੀ ਸਰਕਾਰ ਤੋਂ ਕਿੰਨੇ ਕੁ ਖੁਸ਼ ਨੇ, ਕਿਹੋ ਜਿਹੇ ਵਾਅਦੇ ਕੀਤੇ ਗਏ ਸੀ ਕਿਸਾਨਾਂ ਦੇ ਨਾਲ, ਕਿ ਕਿੰਨੇ ਕੁ ਵਾਅਦੇ ਉਹ ਪੂਰੇ ਕੀਤੇ ਗਏ ਆ, ਇਹ ਵੀ ਆਪਾਂ ਭਲੀ ਭਾਂਤ ਜਾਣਦੇ ਹਾਂ। ਕੀ ਲੱਗਦਾ ਕਿ ਜਿਸ ਤਰੀਕੇ ਦੀ ਸਰਕਾਰ ਬਣਾਉਣ ਦੀ ਜਿਹੜੀ ਮਨਸ਼ਾ ਹੈਗੀ ਕੈਪਟਨ ਅਮਰਿੰਦਰ ਸਿੰਘ ਦੀ, ਤੇ ਜਿਸ ਤਰੀਕੇ ਦੇ ਨਾਲ ਕਿਸਾਨ ਖਫਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ, ਕੀ ਲੱਗਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਉਣ ਦੇ ਵਿੱਚ ਉਹਨਾਂ ਨੂੰ ਸੌਖ ਹੋਊਗੀ?
ਜਾਂ ਫਿਰ ਇਹਨਾਂ ਨੂੰ ਵਿਰੋਧ ਦਾ ਸਾਹਮਣਾ ਜਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਨੂੰ ਕਰਨਾ ਪਿਆ ਉਵੇਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਅੰਦਰ ਵੀ ਕੈਪਟਨ ਨੂੰ ਕਰਨਾ ਪੈ ਸਕਦਾ? ਬਿਲਕੁਲ ਜੀ, ਇਹ ਤਾਂ ਸਾਫ਼ ਸਪਸ਼ਟ ਹੀ ਹੈਗਾ, ਕਿਉਂਕਿ ਹੁਣ ਕਾਂਗਰਸ ਵਾਸਤੇ ਸਥਿਤੀ ਇੰਨੀ ਹੁਣ ਸਰਲ ਨਹੀਂ ਹੈ ਕਿ ਜਿਹੜੀ ਅੱਜ ਤੋਂ 4 ਮਹੀਨੇ ਪਹਿਲਾਂ ਸੀ, ਕਿਉਂਕਿ ਨਵੀਆਂ ਘਟਨਾਵਾਂ ਪੰਜਾਬ ਦੇ ਵਿੱਚ ਜਿਹੜੀਆਂ ਵਾਪਰੀਆਂ ਨੇ ਉਹਨਾਂ ਨੇ ਕਾਂਗਰਸ ਦੀ ਹਾਲਤ ਨੂੰ, ਕਾਂਗਰਸ ਸਰਕਾਰ ਦੀ ਹਾਲਤ ਨੂੰ ਜਾਂ ਕੈਪਟਨ ਸਰਕਾਰ ਦੀ ਹਾਲਤ ਨੂੰ ਦਿਨ ਬ ਦਿਨ ਪਤਲਾ ਕੀਤਾ। ਰੋਜ਼ ਨਵਾਂ ਇਸ਼ੂ ਕ੍ਰੀਏਟ ਹੋ ਰਿਹਾ ਔਰ ਉਸ ਇਸ਼ੂ ਦੇ ਵਿੱਚ ਕਿਸਾਨਾਂ ਦਾ ਮੁੱਦਾ ਵੀ ਉਸੇ ਤਰ੍ਹਾਂ ਹੈ। ਜਿਸ ਤਰ੍ਹਾਂ ਹੁਣ ਕਿਸਾਨਾਂ ਨੂੰ ਪਟਿਆਲੇ ਦੇ ਵਿੱਚ ਉਹਨਾਂ ਦੇ ਡਾਂਗ ਫੇਰੀ ਗਈ ਜਾਂ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਕੀ ਉਹ ਲੋਕ ਭੁੱਲ ਜਾਣਗੇ? ਕਾਂਗਰਸ ਸਰਕਾਰ ਜਿਹੜੀ ਅਸੀਂ ਅੱਗੇ ਇਹ ਲੋਕ ਮੰਨ ਕੇ ਚੱਲੇ ਸੀ ਨਾ, ਉਹਨਾਂ ਦੇ ਕਾਂਗਰਸੀ ਜਿਹੜੇ ਵਿਧਾਇਕ ਸੀ ਜਾਂ ਮੰਤਰੀ ਸਨ ਜਾਂ ਕੈਪਟਨ ਸਰਕਾਰ ਦੇ ਜਿਹੜੇ ਸਿਪਾਹ ਸਲਾਰ ਤਾਂ ਉਹਨਾਂ ਦੇ ਮਨ 'ਚ ਇਹ ਗੱਲ ਸੀ ਕਿ ਸ਼੍ਰੋਮਣੀ ਅਕਾਲੀ ਦਲ ਘਰ ਬੈਠਾ ਲੋਕੀ ਉੱਤੋਂ ਅਨਾਇੜ ਨੇ ਤੇ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ, ਕਿਉਂਕਿ ਅੱਧੇ MLA ਕਿਸੇ ਬੰਨੇ ਨੇ, ਅੱਧੇ ਕਿਸੇ ਬੰਨੇ ਨੇ, ਆਪੋਜੀਸ਼ਨ ਵੀ ਕੋਈ ਨਹੀਂ, ਤਾਂ ਮੈਦਾਨ ਸਾਡੇ ਵਾਸਤੇ ਸਾਰਾ ਸਾਫ਼ ਆ ਤੇ ਅਸੀਂ ਤੇ ਜਿਹੜੀ ਆ ਜਿਸ ਤਰ੍ਹਾਂ ਮਤਲਬ ਪੰਜਾਬੀ 'ਚ ਕਹਿੰਦਾ ਨਾ ਕਿ ਜੁੱਤੀ ਨਾਲ ਸਿਆਹ ਮਾਰਨਾ, ਅਸੀਂ ਤਾਂ ਮਾਰ ਕੇ ਅਸੀਂ ਪੰਜਾਬ ਦੀ ਕੁਰਸੀ ਤੇ ਦੁਬਾਰਾ ਕਾਬਜ਼ ਹੋ ਜਾਣਾ। ਪਰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ SIT ਦੀ ਰਿਪੋਰਟ ਨੂੰ ਰੱਦ ਕਰਨ, ਕਿਸਾਨਾਂ ਵੱਲੋਂ ਪਟਿਆਲੇ ਦਾ ਦਿੱਲੀ ਕਟੜਾ ਹਾਈਵੇ ਦਾ ਵਿਰੋਧ ਕਰਨ ਤੇ ਉਹਦੇ ਨਤੀਜੇ ਵਜੋਂ ਉਹਨਾਂ ਤੇ ਕੈਪਟਨ ਸਰਕਾਰ ਦਾ ਤਸ਼ੱਦਦ, ਕੈਪਟਨ ਸਰਕਾਰ ਵੱਲੋਂ ਕੀਤੇ ਗਏ ਕੋਈ ਵੀ ਵਾਅਦੇ ਪੂਰੇ ਨਾ ਕਰਨੇ ਕਾਂਗਰਸ ਸਰਕਾਰ ਵਾਸਤੇ ਇਹਦੇ ਇੱਕ ਗਲੇ ਦੀ ਜਿਹੜੀ ਉਹ ਹੱਡੀ ਆ ਉਹ ਬਣੇਗਾ। ਕਾਂਗਰਸ ਸਰਕਾਰ ਵਾਸਤੇ ਇੰਨਾ ਸੌਖਾ ਨਹੀਂ। ਹੁਣ ਦੂਜੇ ਪਾਸੇ ਇਹ ਪੰਜਾਬ ਦੇ ਲੋਕਾਂ ਨੇ ਵੀ ਵੇਖ ਲਿਆ ਕਿ ਜੇਕਰ ਇੰਨੀ ਵੱਡੀ ਪਾਰਟੀ ਜਿਹੜੀ ਆ BJP ਰਾਸ਼ਟਰੀ ਪੱਧਰ ਦੀ ਜਿਹੜੀ ਕਹਿੰਦੀ ਕਿ ਮੇਰੇ ਵਾਸਤੇ ਕੁਝ ਵੀ ਨਹੀਂ, ਜਿੱਥੇ ਕਿਹਾ ਜਾਂਦਾ ਮੋਦੀ ਹੈ ਤਾਂ ਮੁਮਕਿਨ ਹੈ, ਜੇਕਰ ਉਹ ਵੈਸਟ ਬੰਗਾਲ 'ਚ ਲੋਕੀ ਮੂੰਹ ਮੂੰਹ ਉਹਨੂੰ ਸੁੱਟ ਸਕਦੇ ਆ ਤਾਂ ਫਿਰ ਪੰਜਾਬ ਤਾਂ ਕੁਝ ਵੀ ਨਹੀਂ। ਦੇਖੋ ਹੁਣ ਪੰਜਾਬ ਦਾ ਵੋਟਰ ਜਿਹੜਾ ਹੈ, ਅਸੀਂ ਕਹਿ ਸਕਦੇ ਕਿ ਦੂਜੀਆਂ ਸਟੇਟਾਂ ਦੇ ਮੁਕਾਬਲੇ ਇੰਨਾ ਪੜ੍ਹਿਆ ਲਿਖਿਆ ਜਾਂ ਨਹੀਂ ਹੈ, ਪਰ ਫਿਰ ਵੀ ਵੋਟਰ ਹੁਣ ਸਿਆਣਾ ਆ। ਔਰ ਵੱਡੀ ਗੱਲ, ਜਿਹੜੇ ਕਿਸਾਨ ਜਿਹੜੇ ਤੁਰੇ ਸੀ, ਹੁਣ ਕਿਸਾਨ ਉਹ ਵੀ ਨੇ, ਕਿਸਾਨ ਵੀ ਨਾ ਤਾਂ ਕਿਸੇ ਰਾਜਨੀਤਿਕ ਪਾਰਟੀ ਦੇ ਹੱਥ ਠੋਕਾ ਬੜੇ ਨੇ, ਨਾ ਹੀ ਉਹਨਾਂ ਨੇ ਕਿਸੇ ਨੂੰ ਆਪਣੇ ਲਾਗੇ ਆਉਣ ਦਿੱਤਾ। ਇਸ ਕਰਕੇ ਕਿਸਾਨਾਂ ਦੇ ਵਿਰੋਧ ਦਾ ਗੁੱਸਾ। ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ, ਪੰਜਾਬ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੇ ਪ੍ਰਤੀ ਜਿਹੜੀ ਇੱਕ ਦੋਸਤਾਨਾ ਮੈਚ ਖੇਡਣ ਦੀ ਨੀਤੀ, ਔਰ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਨਾ ਡੱਕਣਾ, ਇਹ 3-4 ਕਾਰਨ ਜਿਹੜੇ ਨੇ, ਅਜਿਹੇ ਕਾਰਨ ਨੇ ਜਿਨ੍ਹਾਂ ਦੀ ਬੜੀ ਵੱਡੀ ਕੀਮਤ ਜਿਹੜੀ ਆ ਕਾਂਗਰਸ ਸਰਕਾਰ ਨੂੰ ਪੇ ਕਰਨੀ ਪਏਗੀ। ਹੁਣ ਇੰਨਾ ਸੌਖਾ ਨਹੀਂ ਆ ਜਿੰਨਾ ਸੌਖਾ ਪਿਛਲੀ ਵਾਰੀ 70 ਸੀਟਾਂ ਲੈ ਕੇ ਸਰਕਾਰ ਬਣਾਈ ਸੀ। ਇਹ ਮਤਲਬ ਜਿੱਥੇ ਤੱਕ ਮੇਰੀ ਜਾਚੇ ਮੈਂ ਸਮਝਦਾ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਆ ਵੱਧ ਤੋਂ ਵੱਧ 30-40 ਦੇ ਲਾਗੇ ਚੱਕੇ ਟਿਕੂਗੀ, ਔਰ ਕੋਈ ਵੀ ਪਾਰਟੀ ਸਪਸ਼ਟ ਬਹੁਮਤ ਜਿਹੜਾ ਉਹ ਲੈ ਕੇ ਨਹੀਂ ਚੱਲ ਸਕਦੀ ਜੇਕਰ ਕਾਂਗਰਸ ਪਾਰਟੀ ਨੇ ਆਉਂਦਿਆਂ ਦਿਨਾਂ ਦੇ ਵਿੱਚ ਆਪਣੀ ਸਥਿਤੀ ਨੂੰ ਨਾ ਸੁਧਾਰਿਆ। ਜੇਕਰ ਅਜੇ ਵੀ ਨਵਜੋਤ ਸਿੱਧੂ ਵਰਸਸ ਕੈਪਟਨ ਜੰਗ ਚੱਲਦੀ ਰਹੀ ਤਾਂ ਫਿਰ ਸਥਿਤੀਆਂ ਜਿਹੜੀਆਂ ਕੁਝ ਹੋਰ ਹੋ ਸਕਦੀਆਂ ਨੇ। ਪਰ ਹੁਣ ਜੇਕਰ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਉਣੀ ਆ ਤਾਂ ਉਸ ਨੂੰ ਇਹ ਜ਼ਰੂਰੀ ਆ ਕਿ ਉਹ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਸਬਕ ਸਿੱਖੇ, BJP ਦੀ ਸਥਿਤੀ ਤੋਂ ਹਾਲ ਤੋਂ ਸਬਕ ਲੈ ਕੇ ਕਿਸਾਨਾਂ ਦੇ ਲਟਕਦੇ ਮਸਲਿਆਂ ਨੂੰ ਹੱਲ ਕਰਾਉਣ ਵਾਸਤੇ ਉਹਦੇ ਵਾਸਤੇ ਯਤਨ ਕਰੇ। ਹੁਣ ਦੇਖੋ ਕਿਸਾਨ ਦਿੱਲੀ 'ਚ ਬੈਠੇ ਆ, ਪਿੱਛੋਂ ਜਿਹੜੇ ਅਧਿਕਾਰੀ ਗਏ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਰਸਤਾ ਕੱਢਣ ਵਾਸਤੇ ਉੱਥੇ ਕਬਜ਼ਾ ਕਰ ਰਹੇ ਅਧਿਕਾਰੀ ਘੇਰ ਵੀ ਲੈ ਗਏ, ਤਾਂ ਤੁਸੀਂ ਇਸ ਆਧਾਰ ਤੇ ਕਹਿ ਸਕਦੇ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਦੀ ਹਤੈਸ਼ੀ ਹੈ, ਕਿਉਂਕਿ ਉੱਪਰ ਜਿਹੜੇ ਸਾਰੇ ਆਪਸ ਦੇ ਵਿੱਚ ਮਿਲੇ ਨੇ। ਸੋ ਕਾਂਗਰਸ ਸਰਕਾਰ ਵਾਸਤੇ ਇੰਨਾ ਸੌਖਾ ਜਿਹੜਾ ਸਥਿਤੀ ਜਿਹੜੀ ਆ ਉਹ ਨਹੀਂ ਜਿਹੜੀ ਲੱਗ ਰਹੀ ਕਿ ਜਿਹੜੀ 22 ਦੇ ਵਿੱਚ ਇਲੈਕਸ਼ਨ ਹੋਣੀ ਹੈ ਬੜੀ ਸੌਖੇ ਤਰੀਕੇ ਨਾਲ ਉਹ ਸੱਤਾ ਦੀਆਂ ਪੌੜੀਆਂ ਦੁਬਾਰਾ ਚੜ੍ਹ ਪਾਉਣਗੇ। ਬਿਲਕੁਲ। ਤਾਂ ਮਨਜੀਤ ਜੀ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਇਸ ਅਹਿਮ ਮੁੱਦੇ ਦੇ ਉੱਪਰ ਜਿਹੜੀਆਂ ਰੁਝਾਨ ਚੱਲ ਰਹੇ ਆ ਉਹਨਾਂ ਦੇ ਉੱਪਰ ਵੀ ਜਿਹੜਾ ਤੁਸੀਂ ਪੂਰਨ ਤਰੀਕੇ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੈ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਤੁਹਾਡੇ ਵਿਚਾਰ ਜਿਹੜੇ ਜ਼ਰੂਰ ਪਸੰਦ ਆਏ ਹੋਣਗੇ। ਤੇ ਦਰਸ਼ਕਾਂ ਨੂੰ ਵੀ ਅਸੀਂ ਇੱਕ ਵਾਰੀ ਦੱਸ ਦਿੰਦੇ ਹਾਂ ਕਿ ਜਿਸ ਤਰੀਕੇ ਦੇ ਰੁਝਾਨ ਜਿਹੜੇ ਹਾਲੇ ਉੱਥੇ ਚੱਲ ਰਹੇ ਨੇ, ਇੱਕ ਵਾਰੀ ਫਿਰ ਤੋਂ ਦੱਸ ਦਿੰਦੇ ਹਾਂ ਕਿ ਤਾਮਿਲਨਾਡੂ ਦੇ ਵਿੱਚ BJP ਜਿਹੜੀ ਹੈ ਪਿਛੜਦੀ ਹੋਈ ਦਿਖਾਈ ਦੇ ਰਹੀ ਹੈ। ਤਾਂ ਸਪਸ਼ਟ ਬਹੁਮਤ ਜਿਹੜੀ ਦਿਖਾਈ ਦੇ ਰਹੀ ਹੈ TMC ਜਿਹੜੀ ਤ੍ਰਿਣਮੂਲ ਕਾਂਗਰਸ ਨੂੰ ਜਿਹੜੀ ਉੱਥੇ ਸਪਸ਼ਟ ਤੌਰ ਤੇ ਬਹੁਮਤ ਦਿਖਾਈ ਦੇ ਰਹੀ ਹੈ। 200 ਤੋਂ ਉੱਪਰ ਦਾ ਜਿਹੜਾ ਅੰਕੜਾ ਮਮਤਾ ਬੈਨਰਜੀ ਉਹ ਕਦੋਂ ਦੀ ਪਾਰ ਕਰ ਚੁੱਕੀ ਹੈ, ਤੇ ਲਗਾਤਾਰ ਜਿਹੜੇ 95 ਤੇ ਬਣੀ ਹੋਈ ਸੀ BJP ਤਾਂ ਹੁਣ ਖਿਸਕਦੀ 80 ਤੋਂ ਵੀ ਥੱਲੇ ਜਾਂਦੀ ਹੋਈ ਜਿਹੜੀ ਦਿਖਾਈ ਦੇ ਰਹੀ ਹੈ। ਤਾਂ ਉਹਦੇ ਦੂਜੇ ਪਾਸੇ ਪ੍ਰਸ਼ਾਂਤ ਕਿਸ਼ੋਰ ਜਿਹੜੇ ਹੈਗੇ ਆ, ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਜੀ ਦੂਰੇ ਅੰਕੜੇ ਨੂੰ ਪਾਰ ਕਰ ਗਈ BJP, ਯਾਨੀ ਕਿ 99 ਦੇ ਅੰਕੜੇ ਨੂੰ ਛੱਡ ਕੇ ਜੇਕਰ 100 ਸੀਟ ਤੇ ਵੀ BJP ਕਹਿੰਦੇ ਪਹੁੰਚ ਗਈ, ਸੱਤਾ ਹਥਿਆਉਣੀ ਤਾਂ ਦੂਰ ਦੀ ਗੱਲ ਹੈ, ਤਾਂ ਮੈਂ ਆਪਣਾ ਜਿਹੜਾ ਕੰਮਕਾਜ ਕਹਿੰਦੇ ਕਰਦਾ ਉਹ ਮੈਂ ਛੱਡ ਦੂੰਗਾ। ਇੱਕ ਵਾਰ ਫਿਰ ਤੋਂ ਪ੍ਰਸ਼ਾਂਤ ਕਿਸ਼ੋਰ ਦੇ ਜਿਹੜੇ
ਕਿਆਸ ਰਾਈਆਂ ਨੇ ਜਾਂ ਉਹਨਾਂ ਦੀ ਕੰਮਕਾਜ ਦਾ ਜਿਹੜਾ ਤਰੀਕਾ ਹੈਗਾ ਉਹ ਇੱਕ ਵਾਰ ਫਿਰ ਤੋਂ ਸੱਚ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ। ਤੇ ਉਮੀਦ ਕਰਦੇ ਹਾਂ ਕਿ ਮਨਜੀਤ ਸਿੰਘ ਹੋਰਾਂ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਵਿੱਚ ਕੁਝ ਨਵੇਂ ਤੇ ਅਹਿਮ ਮੁੱਦਿਆਂ ਦੇ ਨਾਲ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।